ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਭ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। हाँ जी, थैंक यू हर्ष, बहुत धन्यवाद सारे श्रोतियों दर्शकों को जी आने जी। ऑलराइट, एक बार फिर दस जी स्टूडियो ਦਾ ਨੰਬਰ 9058131320। ਜੌਲ ਸਾਹਿਬ, ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਫੇਕ ਸਟੂਡੈਂਟਾਂ ਨੂੰ ਲੈ ਕੇ। US ਅਥਾਰਟੀ ਨੇ ਰਿਪੋਰਟ ਕੀਤਾ ਹੈ ਕਿ ਇਨਵੈਸਟੀਗੇਸ਼ਨ ਕਈ ਇੰਡੀਅਨ ਸਟੂਡੈਂਟਸ ਜਿਨ੍ਹਾਂ ਨੂੰ ਇੰਗਲਿਸ਼ ਹੀ ਨਹੀਂ ਆਉਂਦੀ। ਹੁਣ ਇਹ 'ਚ ਹੈਰਾਨੀ ਵਾਲੀ ਇਹ ਗੱਲ ਹੈ ਕਿ ਕੈਨੇਡੀਅਨ ਜਾਂ ਅਮਰੀਕਾ ਦੇ ਰੂਲ ਦੇ ਮੁਤਾਬਕ ਆਇਲਸ ਸਕੋਰ ਕਰਨ ਲਈ ਤੁਹਾਨੂੰ 5 ਤੋਂ 7 ਬੈਂਡ ਚਾਹੀਦੇ ਹੁੰਦੇ ਆ, ਪਰੰਤੂ 4 ਗੁਜਰਾਤੀ ਸਟੂਡੈਂਟਸ ਫੜੇ ਗਏ ਨੇ ਮਾਰਚ 2022 ਦੇ ਵਿੱਚ, ਜੋ ਕਿ ਉਹਨਾਂ ਨੂੰ ਇੰਗਲਿਸ਼ ਆਉਂਦੀ ਹੀ ਨਹੀਂ ਤੇ ਉਹਨਾਂ ਨੂੰ ਜੇ ਇੰਗਲਿਸ਼ ਹੀ ਨਹੀਂ ਆਉਂਦੀ ਤਾਂ ਉਹਨਾਂ ਨੂੰ USA ਦਾ ਜਾਂ ਕੈਨੇਡਾ ਦਾ ਸਟੱਡੀ ਪਰਮਿਟ ਮਿਲਿਆ ਹੀ ਕਿੱਦਾਂ? ਹਰਸ਼, ਇਹ ਖਾਸ ਤੌਰ ਤੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਮੁਰਦਾਬਾਦ ਦੀ ਹੀ ਉਦਾਹਰਣ ਕਹੀ ਜਾ ਸਕਦੀ ਆ, ਕਿਉਂਕਿ ਵੀ ਕੰਪਿਊਟਰ ਦੇ ਵਿੱਚ ਤੁਸੀਂ ਫੋਟੋ ਕਾਪੀਆਂ ਅਪਲੋਡ ਕਰ ਦੇਣੀਆਂ, ਵੀ ਉਹ ਕੰਪਿਊਟਰ ਨੇ ਤਾਂ ਹੁਣ ਦੇਖਣੀਆਂ ਵੀ ਆ ਗਿਆ ਬੈਂਡ ਹੈ ਜੀ, ਤੇ ਉਸ ਲਿਹਾਜ਼ ਨਾਲ ਅਪਰੂਵ ਹੋ ਜਾਣਾ ਤੇ ਵੀਜ਼ਾ ਸਟੱਡੀ ਜਿਹੜਾ ਜੀ ਵੀ ਉਹ ਲੱਗ ਜਾਣਾ। ਬਾਕੀ ਜੋ ਹਾਲਾਤ ਇੱਥੇ ਆ ਕੇ ਬਣਦੇ ਆ, ਜੋ ਸਿਰਾਂ ਦੇ ਵਿੱਚ ਗੰਦਗੀਆਂ ਦੇ ਟੋਕਰੇ ਆਪਾਂ ਨਾਲ ਹੀ ਕਈ ਵਾਰੀ ਢੋ ਲੈਂਦੇ ਆ ਵੀ ਉਹਦੇ ਕਰਕੇ ਸਿੱਟੇ ਨਿਕਲ ਰਹੇ ਆ, ਉਹ ਤਾਂ ਹੁਣ ਆਪਣੇ ਸਾਹਮਣੇ ਹੀ ਆ। ਜਿਸ ਕਰਕੇ ਵੀ ਜਾਣੀ ਇਹ US ਦੇ ਵਿੱਚ ਵੀ ਹੁਣ ਜਾਣੀ ਜੁਡੀਸ਼ੀਅਲ ਲੈਵਲ ਤੇ ਵੀ ਤੇ ਇਹਦੇ ਨਾਲ ਹੀ ਜਾਣੀ ਵੀ ਸੋਸ਼ਲ ਲੈਵਲ ਤੇ ਵੀ ਇੱਥੇ ਕੈਨੇਡਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਜੀ ਵੀ ਸੋਸ਼ਲ ਸੋਸਾਇਟੀ ਦੇ ਵਿੱਚ ਵੀ ਲੋਕ ਕਾਫੀ ਅਪਸੈਟ ਹੋ ਰਹੇ, ਜੋ ਉਗੜ ਦੁਗੜਾ ਇਹ ਗੰਦਗੀਆਂ ਜਿਹੀਆਂ ਖਿਲਾਰ ਕੇ ਇੱਥੇ ਕੈਨੇਡਾ ਨੂੰ ਕੀਤਾ ਜਾ ਰਿਹਾ ਵੱਖ-ਵੱਖ ਇਲਾਕਿਆਂ ਦੇ ਵਿੱਚ। ਸਰਕਾਰ ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਸਮਝੀ ਜਾ ਸਕਦੀ ਆ, ਕਿਉਂਕਿ ਦੱਸਣ ਸਮਝਾਉਣ ਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਜਾਣੀ ਕਿ ਵੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਬਿਲਕੁਲ। ਤੇ ਇਹ ਸਟੱਡੀ ਪਰਮਿਟ ਦਾ ਕੈਨੇਡਾ ਦੇ ਵਿੱਚ ਜਿਹੜਾ ਕੱਚ ਘਰੜ ਸਿਸਟਮ ਆ, ਇਹਨੂੰ ਏਦਾਂ ਹੀ ਅੱਗੇ ਚਲਾਇਆ ਜਾ ਰਿਹਾ, ਜਾਣੀ ਤਮਾਸ਼ਾ ਜਿਹਾ ਕੀਤਾ ਜਾ ਰਿਹਾ ਤੇ ਨਾਲ ਕੈਨੇਡਾ ਨੂੰ ਉਜਾੜਨ ਦਾ ਇਹ ਸਿਲਸਿਲਾ ਜੀ। ਇਹ ਅਸੀਂ ਨਹੀਂ ਆਪਣੇ ਕੋਲੋਂ ਜੋੜ ਕੇ ਕਹਿ ਰਹੇ, ਇਹ ਮਤਲਬ ਤਾਜ਼ਾ ਤੁਸੀਂ ਆਪ ਜਾ ਕੇ ਲੋਕਾਂ ਨਾਲ ਗੱਲ ਕਰ ਸਕਦੇ ਹੋ, ਜਾਂ ਫਿਰ ਜਿਹੜੇ ਸਰਵੇ ਆ ਰਹੇ ਨੇ ਜੋ ਕੈਨੇਡਾ ਦੀ ਸਿਚੁਏਸ਼ਨ ਹੈ ਤੁਹਾਨੂੰ ਉਹ ਦੱਸ ਸਕਦੇ ਨੇ ਜੀ। ਸੋ ਹੁਣ ਇਹ ਪਿਛਲੇ ਦਿਨੀ ਪੰਜਾਬ ਦੇ ਵਿੱਚ 4 ਫੜੇ ਸੀਗੇ ਵੱਖ-ਵੱਖ ਜਿਹੜੇ ਆਇਲਟਸ ਟੈਸਟ ਕਰਾਉਣ ਵਾਲੇ ਸੈਂਟਰ, ਵੀ ਕਿੱਦਾਂ ਉਹ ਲੋਕ ਉੱਥੇ ਰਲੀਆਂ ਹੋਈਆਂ ਆ ਵੀ ਉਹ ਅਰਸ਼ ਜਿਹੜੇ ਸਵਾਲ ਆਉਣੇ ਆ ਉਹਦੇ ਵਿੱਚ ਟੈਸਟ ਦੇ ਵਿੱਚ ਵੀ ਉਹ ਪਹਿਲਾਂ ਹੀ ਲੀਕ ਕਰ ਦਿੰਦੀਆਂ ਸੀਗੀਆਂ ਜੀ। ਤੇ ਫਿਰ ਉਹ 4 ਪੰਜਾਬ ਪੁਲਿਸ ਨੇ ਕਾਬੂ ਕੀਤੇ ਤੇ ਉਦੋਂ ਹੀ ਜਾਣੀ ਕਿ ਵੀ ਇਹ ਐਕਸਪਰਟਸ ਜਿਹੜੇ ਦੱਸ ਰਹੇ ਸੀ ਵੀ ਪੰਜਾਬ ਪੁਲਿਸ ਨੇ ਆਪਣੇ ਆਪ ਨਹੀਂ ਕੱਖ ਵੀ ਕੀਤਾ ਡੱਕਾ ਤੋੜ ਕੇ। ਇਹ ਹੁਣ ਇੱਧਰੋਂ ਮਤਲਬ ਗਵਰਨਮੈਂਟਸ ਜਿਹੜੀਆਂ ਜੀ ਵੀ ਇਹ ਨਕਲੀ ਸਟੂਡੈਂਟਸ ਜਿਹੜੇ ਕਿ ਹਾਈ ਬੈਂਡ ਤੇ ਆਪਣਾ ਲੈ ਕੇ ਆਉਂਦੀਆਂ ਇੱਥੇ ਆਇਲਟਸ ਦਾ ਟੈਸਟ ਰਿਜ਼ਲਟ ਸਰਟੀਫਿਕੇਟ, ਉਸ ਸਰਟੀਫਿਕੇਟ ਦੇ ਵਿੱਚ ਉਹ ਸ਼ੋਅ ਕਰਦਾ ਵੀ ਮੇਰੇ ਤਾਂ ਜੀ 6.5 ਬੈਂਡ ਹੈ, ਮੇਰੇ ਤਾਂ ਜੀ 7 ਬੈਂਡ ਆ, ਲੱਗੇ ਤੇ ਕਈ ਵਾਰੀ 8 ਬੈਂਡ ਆ, ਤੇ ਇੰਗਲਿਸ਼ ਦੀ ਜਾਣੀ ਇੱਕ ਲਾਈਨ ਵੀ ਬੋਲਣੀ ਨਹੀਂ ਆਉਂਦੀ ਚੱਜ ਨਾਲ, ਹਨਾ। ਇੱਥੇ ਪਿਛਲੇ ਦਿਨ ਇੱਕ ਕੁੜੀ ਆਈ ਤੇ ਉਹ ਕਹਿੰਦੇ ਜੀ ਕਿੰਨਾ ਪੜ੍ਹੇ ਹੋ? BSc। ਉਹ ਕਹਿੰਦੇ ਕੀ ਹੁੰਦੀ BSc? ਦੱਸੋਗੇ BSc ਦੀ ਫੁੱਲ ਫਾਰਮ ਕੀ ਆ? ਲੈ ਵੀ ਉਹ ਹਸ਼ਰ ਕੁੜੀ ਦਾ ਜਿੱਦਾਂ ਗੂੰਗੀ ਹੋ ਗਈ ਹੁੰਦੀ, ਇੱਕ ਲਫ਼ਜ਼ ਨਹੀਂ ਉਹ ਬੋਲ ਸਕੀ ਵੀ BSc ਮੈਂ ਪਾਸ ਕੀਤੀ, ਵੀ ਉਹ ਹੁੰਦੀ ਕੀ ਹੈ? ਰਾਈਟ, BSc ਕਿਹਨੂੰ ਕਹਿੰਦੇ ਆ? ਸੋ ਮੁੜਦੇ ਪੈਰੀ ਫਿਰ ਉਹਨੂੰ ਵਾਪਸ ਮੋੜਿਆ ਗਿਆ ਜਿੱਥੋਂ ਆਈ ਸੀ। ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੇ ਜਾਣੀ ਕਿ ਤਮਾਸ਼ੇ ਜਿਹੇ ਚੱਲ ਰਹੇ ਆ ਨਾ, ਜੋ ਕਹ ਲਓ ਵੀ ਸਟੱਡੀ ਪਰਮਿਟ ਦੇ ਨਾਂ ਤੇ ਡਰਾਮੇ ਆ, ਤੇ ਆਇਲਟਸ ਟੈਸਟ ਜਿਹੜਾ ਜੀ ਵੀ ਕਮਾਲ ਦੀ ਗੱਲ ਤਾਂ ਇਹ ਆ ਨਾ ਵੀ ਇੱਥੇ ਆਫਿਸਰ ਜਾਂ ਪੁਲਿਸਾਂ ਜਦੋਂ ਉਹ ਟੈਸਟ ਰਿਜ਼ਲਟ ਦੇਖਦੇ ਆ ਤੇ ਉਹਨੂੰ ਨਕਲੀ ਵੀ ਸਾਬਤ ਨਹੀਂ ਕੀਤਾ ਜਾ ਸਕਦਾ, ਰਾਈਟ, ਕਿਉਂਕਿ ਅਸਲੀ ਸਿਸਟਮ ਦੇ ਥਰੂ ਉਹ ਇਸ਼ੂ ਹੋਇਆ ਹੈ, ਹਨਾ। ਤੇ ਉਹ ਹੁਣ ਬੇਈਮਾਨੀਆਂ ਮਤਲਬ ਵੀ ਨਾਲ ਜਿਹੜੇ ਉੱਥੇ ਆਇਲਟਸ ਦਾ ਇਹ ਸਿਸਟਮ ਚਲਾਉਣ ਵਾਲੇ ਲੋਕ ਆ ਜਾਣੀ ਉਹ ਵਿੱਚ ਰਲੇ ਹੋਏ ਆ, ਤੇ ਏਜੰਟ ਉਹਨਾਂ ਨੇ ਜਾਣੀ ਕਿ ਇੱਦਾਂ ਰਕਮਾਂ ਬਟੋਰਨ ਦੇ ਲਈ ਲੋਕਾਂ ਦੇ ਵਿੱਚ ਸਮਾਜਾਂ ਦੇ ਵਿੱਚ ਜਿਹੜੇ ਛੱਡੇ ਹੁੰਦੇ ਜਾਂ ਛੱਡੀਆਂ ਹੁੰਦੀਆਂ। ਉਹ ਹੁਣ ਅਮਰੀਕਾ ਦੇ ਵਿੱਚ ਇਹਦਾ ਜ਼ਿਆਦਾ ਰੌਲਾ ਪੈ ਗਿਆ ਜੀ। ਕੈਨੇਡਾ ਵਾਲੇ ਤੇ ਚਲੋ ਹਜੇ ਵੀ ਸੁੱਤੇ ਪਏ ਆ ਜਾਂ ਦੜਬੱਟੀ ਹੋਈ ਆ। ਅਮਰੀਕਾ ਦੇ ਵਿੱਚ ਕੀ ਹੋਇਆ ਕਿ ਹੁਣ ਕੈਨੇਡੀਅਨ ਸਟੱਡੀ ਪਰਮਿਟ ਦੇ ਨਾਲ ਇਹ ਆ ਵੀ ਕੈਨੇਡਾ ਪਹੁੰਚ ਕੇ ਨਹੀਂ ਸਰਦਾ, ਵੀ ਹੁਣ ਸਾਡਾ ਐਂਡ ਡੈਸਟੀਨੇਸ਼ਨ ਆ, ਜਿਹੜਾ ਸਾਡਾ ਡ੍ਰੀਮ ਡੈਸਟੀਨੇਸ਼ਨ ਆ ਉਹ USA ਆ। ਤੇ 19 ਮਾਰਚ ਨੂੰ 6 ਮੁੰਡੇ ਆਏ ਸੀ ਗੁਜਰਾਤੀ ਇੱਥੇ ਤੇ ਸਟੱਡੀ ਪਰਮਿਟ ਲੈ ਕੇ ਐਂਟਰ ਵੀ ਹੋ ਗਏ ਬੜੇ ਸੋਹਣੇ, ਕਿਉਂਕਿ ਉਹ ਡਾਕੂਮੈਂਟ ਜੋ ਹੁਣ ਅਸਲੀ ਆ ਜੀ। ਰਾਈਟ।
ਤੇ ਉਹ ਫਿਰ ਵੈਸੇ ਤਾਂ ਡਿਊ ਡਿਲੀਜੈਂਸ ਏਅਰਪੋਰਟਾਂ ਤੇ ਚਾਹੀਦਾ ਵੀ ਕੋਈ ਗੱਲਬਾਤ ਹੀ ਕਰ ਲਓ, ਇਹਨਾਂ ਨੂੰ ਪੁੱਛ ਲਓ ਕਿ ਅੱਖਰ ਆਉਂਦਾ, ਨਹੀਂ ਆਉਂਦਾ ਤੇ ਫਿਰ ਮਤਲਬ 6.5-7 ਬੈਂਡ ਦਾ ਮੀਨਿੰਗ ਕੀ ਆ, ਹਨਾ। ਤੇ ਦੂਸਰੇ ਪਾਸੇ ਲੇਕਿਨ ਕਿ ਵੀ ਇਹ ਹੁਣ ਇੱਥੇ ਜਿਹੜੇ ਆਫੀਸਰਸ ਆ ਨਾ ਉਹਨਾਂ ਦੇ ਵੀ ਹੱਥ ਖੜੇ ਆ ਵੀ ਗਵਰਨਮੈਂਟ ਜਿਹੜੀ ਹੈ ਸਾਨੂੰ ਕੁਝ ਕਰਨਾ ਹੀ ਨਹੀਂ ਦਿੰਦੀ, ਕਹਿੰਦੇ ਜੀ ਵੀ ਜਿਹੜਾ ਆਉਂਦਾ ਆਉਣ ਦਿਓ, ਹਨਾ। ਸੋ ਇਸ ਕਰਕੇ ਇਹ ਗਵਰਨਮੈਂਟ ਹੈ। ਦੂਸਰੇ ਪਾਸੇ ਲੇਕਿਨ ਕਿ ਇਹ ਜਿਹੜੀਆਂ US ਅਥਾਰਟੀਜ਼ ਆ ਜੀ, ਫਿਰ ਇਹ 6 ਮੁੰਡੇ ਇੱਥੋਂ ਕੈਨੇਡਾ ਤੋਂ ਬੋਟ ਦੇ ਵਿੱਚ ਬਹਿ ਕੇ ਦਰਿਆ ਦੇ ਰਾਹੀਂ ਇਲੀਗਲੀ ਮਤਲਬ US ਐਂਟਰ ਹੋ ਰਹੇ ਸੀਗੇ। ਅੱਛਾ। ਇਹ ਫਿਰ ਫੜ ਹੋ ਗਏ ਉੱਥੇ, ਹਨਾ। ਮਤਲਬ ਜਦੋਂ ਕਹ ਲਓ ਵੀ ਉਹ ਝੂਠ ਦਾ ਭਾਂਡਾ ਇੱਕ ਦਿਨ ਭੱਜਣਾ ਹੀ ਹੁੰਦਾ ਹੈ। ਉਹ ਜਦੋਂ ਉਹਨਾਂ ਨਾਲ ਗੱਲ ਕਰਨ ਲੱਗੇ ਤੇ ਉਹਨਾਂ ਨੂੰ ਬੋਲਣਾ ਹੀ ਕੱਖ ਨਹੀਂ ਸੀ ਆਉਂਦਾ, ਤੇ ਜੇਬ 'ਚ ਸੀਗਾ 7 ਬੈਂਡ ਦਾ IELTS ਟੈਸਟ। ਅੱਛਾ। ਕੋਰਟ 'ਚ ਪੇਸ਼ ਕੀਤਾ, ਫਿਰ ਉੱਥੇ ਚੱਕਰ ਪੈ ਗਿਆ। ਮਤਲਬ ਉਹਨਾਂ ਦੇ ਲਈ ਉਹ ਇੰਟਰਪ੍ਰੀਟਰ ਬੁਲਾਉਣੇ ਪਏ, ਹਨਾ, ਜਿਹੜੇ ਉਹਨਾਂ ਦੀ ਭਾਸ਼ਾ 'ਚ ਉਹਨਾਂ ਦੀ ਗੱਲ ਸਮਝਾ ਸਕਣ ਵੀ ਆਹ ਗੱਲ ਤੁਹਾਨੂੰ ਪੁੱਛ ਰਹੇ ਆ। ਸੋ ਇਸ ਕਰਕੇ ਜੀ ਫਿਰ ਇੱਥੋਂ ਉਹਨਾਂ ਨੇ ਜਿਹੜੇ US ਅਥਾਰਟੀਜ਼ ਆ ਨਾ, ਉਹ ਬੜੇ ਵੈਸੇ ਡਿਊ ਡਿਲੀਜੈਂਸ ਆ ਵੀ ਉਹ ਆਪਣਾ ਜਿਹੜਾ ਡਿਸੀਜਨ ਆ ਨਾ ਜੀ ਵੀ ਉਹ ਵਿਦਿਨ ਸੈਕਿੰਡਸ ਜਾਨੀ ਕਿ ਬਣਾਉਂਦੇ ਵੀ ਆ ਤੇ ਅਪਲਾਈ ਵੀ ਕਰਦੇ ਆ। ਉਹਨਾਂ ਨੇ ਫਿਰ ਆਪਣਾ ਜਿਹੜੀ ਐਮਬੈਸੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਗੱਲਬਾਤ ਕੀਤੀ ਵੀ ਇਹ ਕੀ ਇੱਥੇ ਟੈਸਟ ਜਿਹੜਾ ਇੰਗਲਿਸ਼ ਦਾ ਹੋ ਰਿਹਾ ਵੀ ਕਿਸ ਤਰੀਕੇ ਨਾਲ ਚੱਲਦਾ ਇਹ ਸਾਰਾ। ਉਹਨਾਂ ਨੇ ਫਿਰ ਫਰਦਰ US ਐਮਬੈਸੀ ਨੇ ਜਾਨੀ ਮੁੰਬਈ ਦੇ ਵਿੱਚ ਜਿਹੜਾ US ਕਾਉਂਸਲੇਟ ਆ ਉਹਨਾਂ ਦੇ ਰਾਹੀਂ ਇਹ ਗੁਜਰਾਤ ਦੇ ਵਿੱਚ ਜਿਸ ਏਰੀਆ ਦੇ ਵਿੱਚੋਂ ਜਾਨੀ ਕਿ ਪੀ ਟੈਸਟ ਸੈਂਟਰ ਚੋਂ ਸਰਟੀਫਿਕੇਟ ਇਸ਼ੂ ਹੋਏ ਸੀਗੇ, ਮਹਿਸਨ ਏਰੀਆ ਗੁਜਰਾਤ ਦਾ, ਗਾਂਧੀ ਨਗਰ ਦੇ ਵੀ ਉਹਦੇ ਵਿੱਚ ਬੱਚੇ ਹੈਗੇ ਆ ਜਿੱਥੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਗਏ ਸੀ, ਅਸੀਂ ਵੀ ਗਏ ਜੀ। ਅੱਛਾ, ਉਹ ਫਿਰ ਹੁਣ SSP ਨੂੰ ਲਿਖ ਕੇ ਕੰਪਲੇਂਟ ਇਨ ਰਾਈਟਿੰਗ ਜਾਣੀ ਕਿ ਪਾਈ ਆ US ਕੌਂਸਲੇਟ ਨੇ, ਐਮਬੈਸੀ ਨੇ, ਕਹ ਲਓ ਉੱਥੋਂ, ਤੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ। ਸੋ ਇਹ ਪੰਜਾਬ ਗੁਜਰਾਤ ਤੋਂ ਹੀ ਜ਼ਿਆਦਾ ਜਾਣੀ ਕਿ ਸਟੂਡੈਂਟ ਜਾਂ ਜੋ ਵੀ ਇਹਨਾਂ ਨੂੰ ਕਹਿਣਾ ਵੀ ਆ ਰਹੇ ਤੇ ਆ ਰਹੀਆਂ ਸੀਗੇ ਇੱਦਾਂ ਦੇ ਨਕਲੀ ਲੈ ਕੇ, ਇੰਗਲਿਸ਼ ਦਾ ਕੋਈ ਅੱਖਰ ਨਹੀਂ ਆਉਂਦਾ ਪਰ ਉਹ ਸਾਬਤ ਕਰ ਰਹੇ ਤੇ ਕਰ ਰਹੀਆਂ ਵੀ ਅਸੀਂ ਤਾਂ ਬੜੇ ਮਾਰ ਆ ਅੰਗਰੇਜ਼ੀ ਦੇ। ਕੁੱਲ ਮਿਲਾ ਕੇ ਹੁਣ ਇਹ ਜਿਹੜਾ ਜੀ ਵੀ ਇਨਵੈਸਟੀਗੇਸ਼ਨ ਆ ਫਰਦਰ ਚੱਲ ਰਹੀ ਆ। ਲੱਗਦਾ ਵੀ ਇਸ ਸਿਲਸਿਲੇ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ US ਗਵਰਨਮੈਂਟ ਆ ਉਹਨਾਂ ਦਾ ਪ੍ਰੈਸ਼ਰ ਕੈਨੇਡੀਅਨ ਗਵਰਨਮੈਂਟ ਤੇ ਵੀ ਵਧੂਗਾ ਜੀ, ਕਿ ਵੀ ਇਹਨੂੰ ਹਿਊਮਨ ਸਮਗਲਿੰਗ ਫੈਸਿਲਿਟੇਸ਼ਨ ਸਮਝਿਆ ਜਾਂਦਾ ਨਾ। ਇਹ ਕੈਨੇਡੀਅਨ ਗਵਰਨਮੈਂਟ ਇੱਕ ਵੀਕ ਸਿਸਟਮ, ਟੁੱਟਾ ਭੱਜਾ ਸਿਸਟਮ ਸਟੱਡੀ ਪਰਮਿਟ ਦਾ ਖੋਲ ਕੇ ਬੈਠੀ ਆ, ਜਿਹਦੇ ਰਾਹੀਂ ਚਲੋ ਤੁਹਾਡੇ ਮੁਲਕ 'ਚ ਤੁਸੀਂ ਆਪਣੇ ਘਰ 'ਚ ਗੰਦਗੀ ਜਿੰਨੀ ਫੈਲਾਉਣੀ ਫੈਲਾ ਲਓ, ਵੀ ਨਾਲ ਗਵਾਂਢੀਆਂ ਨੂੰ ਤਾਂ ਫਿਰ ਨਹੀਂ ਨਾ ਜੀ ਵੀ ਗੰਦੇ ਕੀਤਾ ਜਾਣਾ ਚਾਹੀਦਾ, ਪਰ ਜੇ ਗੰਦਗੀ ਦਾ ਉਹ ਫਲੋ ਜਿਹੜਾ ਜੀ ਵੀ ਉਹ ਗਵਾਂਢੀਆਂ ਵੱਲ ਨੂੰ ਜਾਊਗਾ ਤੇ ਗਵਾਂਢੀ ਨੇ ਤੇ ਫਿਰ ਬੋਲਣਾ ਹੀ ਆ ਨਾ। ਸੋ ਇਸ ਕਰਕੇ ਲੱਗ ਰਿਹਾ ਵੀ US ਗਵਰਨਮੈਂਟ ਦਾ ਪ੍ਰੈਸ਼ਰ ਕੈਨੇਡੀਅਨ ਗਵਰਨਮੈਂਟ ਤੇ ਵੀ ਪਊਗਾ ਤੇ ਸ਼ਾਇਦ ਇਹਨਾਂ ਦੀ ਨੀਂਦ ਜਿਹੜੀ ਆ ਇਹ ਖੁੱਲੇਗੀ ਤੇ ਸਿਸਟਮ ਨੂੰ ਥੋੜਾ ਜਿਹਾ ਚੁਸਤ ਦਰੁਸਤ ਕੀਤਾ ਜਾਏਗਾ, ਜਿਹੜਾ ਟੋਟਲੀ ਬ੍ਰੋਕਨ ਦਿਸ ਰਿਹਾ ਜੀ। ਵੈਨਕੂਵਰ ਪੁਲਿਸ ਅਤੇ RCMP ਨੇ 11 ਇੰਡੀਵਿਜੂਅਲਸ ਜਿਸ ਦੇ ਨਾਮ ਸਾਹਮਣੇ ਆਏ ਨੇ ਜੋ ਇਹ ਕਹਿ ਰਹੇ ਨੇ ਕਿ ਇਹ ਸਮਾਜ ਵਾਸਤੇ ਥ੍ਰੈਟ ਨੇ ਜੀ, ਜਿਸ ਦੇ ਵਿੱਚ 9 ਪੰਜਾਬੀਆਂ ਦੇ ਨਾਮ ਹੈ ਜੋ ਕਿ ਗੈਂਗਸਟਰ ਅਫੀਲੀਏਸ਼ਨ ਦੇ ਵਿੱਚ ਇਨਵੋਲਵ ਨੇ। ਜੋਲ ਸਾਹਿਬ, ਹਰਸ਼ਪੇ ਕਈ ਲੋਕ ਤਾਂ ਹੁਣ ਫਿਰ ਇਹ ਵੀ ਪੁੱਛਦੇ ਆ ਵੀ ਜੇ ਤੁਸੀਂ ਮਤਲਬ 11 ਇਹ ਤੁਹਾਨੂੰ ਇਹਨਾਂ ਦੇ ਬਾਰੇ ਪਤਾ ਆ ਵੀ ਇਹ ਵਾਇਲੈਂਟ ਵੀ ਆ, ਇਹ ਗੈਂਗਸਟਰ ਵੀ ਆ, ਬਾਕੀ ਸਭ ਕੁਛ ਆ, ਪਰ ਫਿਰ ਤੁਸੀਂ ਇਹਨਾਂ ਨੂੰ ਖੁੱਲੇ ਕਿਉਂ ਛੱਡਿਆ ਹੋਇਆ, ਹਨਾ। ਤੇ ਪਰ ਕੁੱਲ ਮਿਲਾ ਕੇ ਜਾਣੀ ਕਿ ਜਦੋਂ ਸਫੀਸ਼ੀਐਂਟ ਐਵੀਡੈਂਸ ਨਾ ਹੋਵੇ ਪਰ ਸਸਪੀਸ਼ੀਅਸ ਇਹਨਾਂ ਦੀਆਂ ਐਕਟੀਵਿਟੀਜ਼ ਹੋਣ ਤੇ ਇਸ ਤਰ੍ਹਾਂ ਦੀਆਂ ਐਡਵਾਈਜ਼ਰੀਜ਼ ਆ ਜਿਹੜਾ ਜੀ ਵੀ ਇਹ ਪੁਲਿਸ ਕਈ ਵਾਰੀ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਜਾਰੀ ਕਰਦੇ ਆ। ਤੇ ਇਹ ਫਿਰ ਹੁਣ ਕਹਿ ਲਓ ਵੀ ਇਹ ਜਿਹੜਾ ਪਿਛਲੇ ਦਿਨੀ ਆਪਾਂ ਉਹ ਵਿਸਲਰ ਤੋਂ ਵੀ ਆਈ ਸੀ, ਇੱਕ ਭਰਾ ਨੂੰ ਮਾਰ ਦਿੱਤਾ ਮਨਪ੍ਰੀਤ, ਦੂਜੇ ਸਾਰੇ ਬ੍ਰਦਰ ਉਹਦਾ ਪਹਿਲਾਂ ਵੀ ਪਿਛਲੇ ਸਾਲ ਮਾਰਿਆ ਗਿਆ ਸੀਗਾ, ਤੇ ਜਾਣੀ ਭਰਾਵਾਂ ਦਾ ਹੀ ਗੈਂਗ ਸੀਗਾ, ਹਨਾ। ਹੁਣ ਜਿਸ ਘਰ ਦੇ ਵਿੱਚ ਮਤਲਬ 2 ਤਾਂ ਮਾਰ ਹੀ ਦਿੱਤੇ ਆ ਉਹ, ਹਨਾ, ਤੀਸਰੇ ਨੂੰ ਵੀ ਹਿੱਟ ਲਿਸਟ ਤੇ ਇਹ ਪੁਲਿਸ ਹੀ ਕਹਿੰਦੀ ਆ ਵੀ ਉਹਨਾਂ ਨੇ ਗੈਂਗਾਂ ਨੇ ਰੱਖਿਆ ਹੋਇਆ ਵੀ ਉਹਦਾ ਵੀ ਬਚਾਅ ਔਖਾ ਆ। ਵੀ ਇੱਕ ਘਰ ਦੇ ਵਿੱਚ ਵੈਸੇ 3 ਗੈਂਗਸਟਰ ਹੋਣ ਤੇ ਹੁਣ ਇਹ ਜਿਹੜੇ ਪੇਰੈਂਟਸ ਆ ਪੂਰਾ ਕੁਨਬਾ ਆ ਜਾਣੀ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਵੀ ਇਹ ਸਾਡੇ ਮੁੰਡੇ ਏਦਾਂ ਦੇ ਨਿਕਲੀ ਜਾ ਰਹੇ ਆ। ਇੱਕ ਘਰ ਦੇ ਵਿੱਚ 3 ਗੈਂਗਸਟਰ ਪੈਦਾ ਹੋ ਗਏ ਤੇ ਉਹ ਪੇਰੈਂਟਸ ਦੇ ਵੀ ਬਲਿਹਾਰੇ ਜਾਣਾ ਚਾਹੀਦਾ ਜਿਹਨਾਂ ਨੂੰ ਪਤਾ ਹੀ ਨਹੀਂ ਆ ਕੁਛ ਵੀ, ਜਿਹੜੇ ਚੁੱਪੇ ਹੀ ਆ ਜਾਣੀ ਬਿਲਕੁਲ ਹੀ, ਹਨਾ, ਦੜੀ ਵੱਟੀ ਹੋਈ ਆ ਜੀ। ਇਹ ਇੱਕ ਸਮਾਜ ਨੂੰ ਤੁਸੀਂ ਜਨਮ ਦੇ ਕੇ ਵਧੀਆ ਬੱਚੇ ਦਿਓ, ਪਰਿਵਾਰ ਦਾ ਨਾਂ ਰੋਸ਼ਨ ਹੋਵੇ, ਸਮਾਜ ਦਾ ਨਾਂ ਰੋਸ਼ਨ ਹੋਵੇ, ਦੇਸ਼ ਦਾ ਨਾਂ ਰੋਸ਼ਨ ਹੋਵੇ, ਫੇਰ ਤਾਂ ਬਣੀ ਕੋਈ ਗੱਲ। ਪਰ ਜੇ ਗੰਦਗੀ ਜੰਮ ਕੇ ਦੇ ਰਹੇ ਹੋ ਵੱਡੇ ਕਰਕੇ ਤੇ ਫਿਰ ਪੇਰੈਂਟਸ ਨੂੰ ਵੈਸੇ ਥੋੜੀ ਬਹੁਤੀ ਮਹਿਸੂਸ ਵੀ ਹੋਣਾ ਚਾਹੀਦਾ ਨਾ ਕਿ ਵੀ ਜਾਣੀ ਇਹੋ ਜਿਹੇ ਆਪਣੇ ਕੁਚੱਜੇ ਔਲਾਦ ਪੈਦਾ ਕਰਕੇ ਵੱਡੀ ਕਰਕੇ ਸਮਾਜ 'ਚ ਗੰਦਗੀ ਖਿਲਾਰ ਕੇ ਤੇ ਉਹ ਜੇ ਫੜ ਹੋ ਜਾਣ ਤੇ ਫਿਰ ਉਹਨਾਂ ਦੀ ਜ਼ਮਾਨਤਾਂ ਕਰਾਉਣ ਲਈ ਅਸੀਂ ਮਹਿੰਗੇ ਚੈੱਕ ਲਿਖ ਕੇ ਤੇ ਗੱਡੀਆਂ ਭਰ ਕੇ ਭੱਜੇ ਫਿਰੀਏ। ਉਹਦੇ ਨਾਲ ਉਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ,
ਸਾਨੂੰ ਜੰਮਣ ਵਾਲੇ ਜੋ ਸਾਡੇ ਮਗਰ ਭੱਜੇ ਫਿਰਦੇ ਤੇ ਭੱਜੀਆਂ ਫਿਰਦੀਆਂ ਜੀ ਲਾਈਨ ਬਣਾ ਕੇ ਚੈੱਕ ਲਿਖ ਕੇ ਬੈਠੇ ਜਿੰਨਾ ਸ਼ਿਫਟਾਂ 'ਚ ਇਹਨਾਂ ਨੇ ਕਮਾਇਆ ਸੀ ਜਾਂ ਜਿੱਦਾਂ ਵੀ ਕਮਾਇਆ ਸੀ। ਇਸ ਕਰਕੇ ਇਹ ਪੇਰੈਂਟਸ ਗ੍ਰੈਂਡ ਪੇਰੈਂਟਸ ਪੂਰੇ ਕੁਨਬੇ ਨੂੰ ਜਿਹਦੇ ਵਿੱਚੋਂ ਤਿੰਨ ਗੈਂਗਸਟਰ ਨਿਕਲਣ ਥੋੜਾ ਜਿਹਾ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਆ, ਸਮਾਜ ਕੋਲ ਮਾਫੀ ਮੰਗਣੀ ਚਾਹੀਦੀ ਰਾਦਰ ਪੇ ਅਸੀਂ ਇਹ ਗੰਦਗੀ ਸਮਾਜ ਨੂੰ ਦਿੱਤੀ ਆ। ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਹੁਣ 11 ਦਾ ਤੁਸੀਂ ਨਾਂ ਲੈ ਰਹੇ ਹੋ, 11 ਦੇ ਵਿੱਚੋਂ 9 ਪੰਜਾਬੀ ਨਾਂ ਆ। ਫਿਰ ਆਪਾਂ ਕਹਿੰਦੇ ਵੀ ਇਹ ਥੋੜੇ ਤੇ ਥੋੜੀਆਂ ਆ ਜੀ, 2-3% ਹੀ ਆ ਜੀ। ਮੈਂ ਨਹੀਂ ਸਮਝਦਾ ਵੀ ਇਹ ਗੈਸ ਵਰਕ ਕਿਸੇ ਨੂੰ ਕਰਨਾ ਚਾਹੀਦਾ ਵੀ ਇਹ ਕਿੰਨੇ % ਆ। ਰਾਈਟ, ਆ 11 ਨਾਂ ਜਾਰੀ ਕੀਤੇ ਉਹਦੇ ਵਿੱਚ 9 ਪੰਜਾਬੀ ਆ ਤੇ ਫਿਰ ਕਿੰਨੇ % ਆ ਜੀ ਹੈ। ਸੋ ਇਸ ਕਰਕੇ ਕਮਾਲ ਦੀ ਗੱਲ ਹੈ। ਦੇਖੋ ਸੁਖਦੀਪ ਪਾਂਸਲ, ਸੁਮਦੀਸ਼ ਗਿੱਲ, ਗੁਰਪ੍ਰੀਤ ਧਾਲੀਵਾਲ, ਸਮਰੂਪ ਗਿੱਲ, ਬਰਿੰਦਰ ਧਾਲੀਵਾਲ, ਰਵਿੰਦਰ ਸਮਰਾ, ਜਗਦੀਪ ਚੀਮਾ, ਅਮਰਪ੍ਰੀਤ ਸਮਰਾ, ਸ਼ਕੀਲ ਬਸਰਾ ਹੈ ਜੀ। 9 ਪੁਲਿਸ ਕਹਿੰਦੀ ਵੀ ਇਹ ਐਕਸਟ੍ਰੀਮਲੀ ਵਾਇਲੈਂਟ ਗੈਂਗਸਟਰਸ ਹੈਗੇ ਆ ਤੇ ਇਹਨਾਂ ਦੀਆਂ ਐਕਟੀਵਿਟੀਜ਼ ਤੋਂ ਬਚ ਕੇ ਰਹਿਣਾ ਵੀ ਇਹ ਇੱਕ ਦੂਸਰੇ ਤੋਂ ਬਦਲਾ ਲੈਣ ਦੇ ਲਈ ਇੱਕ ਦੂਸਰੇ ਨੂੰ ਹਾਰਮ ਕਰਨ ਲਈ ਅਟੈਕ ਕਰ ਸਕਦੇ ਆ। ਜਿਸ ਦੀ ਉਦਾਹਰਨ ਇਹ ਲਗਾਤਾਰ ਉੱਥੇ ਗੈਂਗਵਾਰ ਜਿਹੜੀ BC ਦੇ ਵਿੱਚ ਚੱਲ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ, ਜਿਹਦੇ ਵਿੱਚ ਕਿ ਵੱਡੀ ਤਾਦਾਦ ਦੇ ਵਿੱਚ ਪੰਜਾਬੀਆਂ ਦੀ ਮੌਤ ਮਤਲਬ ਹੋ ਚੁੱਕੀ ਆ, 100 ਤੋਂ ਜ਼ਿਆਦਾ ਗੈਂਗਸਟਰਸ ਦੀ ਹੈ ਜੀ। ਇਹਦੇ ਵਿੱਚ ਇਹ ਵਿਸਲਰ ਵਾਲਾ ਕਾਂਡ ਜਾਣੀ ਕਿ ਸ਼ਾਮਲ ਆ, ਜਿਹਦੇ ਵਿੱਚ ਇਹ ਭਰਾਵਾਂ ਦੇ ਗੈਂਗ ਦੀ ਗੱਲ ਸੀ। ਸੋ ਹੁਣ ਜਿਹੜੀਆਂ ਪੁਲਿਸਾਂ ਵੈਨਕੂਵਰ ਪੁਲਿਸ ਤੇ RCMP ਨੇ ਮਿਲ ਕੇ ਜਾਣੀ ਕਿ ਲੋਕਾਂ ਨੂੰ ਸਾਵਧਾਨ ਕੀਤਾ ਵੀ ਇਹਨਾਂ 11 ਤੋਂ ਜਿਨ੍ਹਾਂ ਦੇ ਵਿੱਚ ਕਿਹਾ 9 ਨਾਂ ਆਪਾਂ ਪੰਜਾਬੀ ਪੜ੍ਹ ਕੇ ਸੁਣਾਏ ਆ ਵੀ ਇਹ ਸ਼ਾਮਲ ਨੇ ਤੇ ਇਹ ਹਾਰਮ ਕਰ ਸਕਦੇ ਆ ਪਬਲਿਕ ਨੂੰ। ਸੁਚੇਤ ਰਹਿਣ ਦੀ ਲੋੜ ਹੈ ਜੀ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ। ਮੈਂ ਤੁਹਾਡਾ ਰੈਗੂਲਰ ਲਿਸਨਰ ਆ। ਮੈਂ 2 ਕੁਐਸਚਨ ਪੁੱਟ ਕਰਨੇ ਸੀਗੇ ਭਾਜੀ ਨੂੰ। ਜੀ ਕੁਇਕਲੀ ਜੀ। ਇੱਕ ਤਾਂ ਹੈਗਾ ਕਿ ਮੈਂ ਇਹ ਕਹਿਣਾ ਸੀ ਮੇਰੇ ਬੱਚਾ ਲਾਈਕ ਬੋਰਨ ਹੋਇਆ ਸੀ 10 ਮਹੀਨੇ ਦਾ, ਪਾਸਪੋਰਟ ਅਪਲਾਈ ਕੀਤਾ ਸੀ ਰਾਈਟ, ਬਾਏ ਮੇਲ ਭੇਜਿਆ ਸੀ ਉਹਨਾਂ ਨੂੰ। ਨਾ ਤਾਂ ਕੋਈ ਅਤਾ ਪਤਾ ਜੀ, 3 ਮਹੀਨੇ ਦੇ ਉੱਤੇ ਹੋ ਗਏ। ਉਹਦਾ ਤਾਂ ਓਰੀਜਨਲ ਬਰਥ ਸਰਟੀਫਿਕੇਟ ਵੀ ਬੱਚੇ ਦਾ ਨਾਲ ਭੇਜਿਆ ਸੀ। ਕੀ ਹੋ ਕੀ ਰਿਹਾ ਕੈਨੇਡਾ ਦੇ ਵਿੱਚ, ਆਪਾਂ ਹਰ ਟਾਈਮ ਕਹਿੰਦੇ ਨੰਬਰ 1 ਕੰਟਰੀ ਹੈ ਰਾਈਟ। ਮੈਂ ਕਿਸੇ ਦਾ ਦਿਲ ਨਹੀਂ ਹਰਟ ਕਰਨਾ ਚਾਹੁੰਦਾ, ਕਈਆਂ ਨੂੰ ਲੱਗਦੀ ਹੈ ਨੰਬਰ 1, ਬਟ ਇੱਥੇ ਕਈ ਚੀਜ਼ਾਂ ਸਰ ਗਲਤ ਹੋ ਰਹੀਆਂ। ਨਾ ਤਾਂ ਇਹਨਾਂ ਕੋਲ ਹਾਈਵੇ ਸੈੱਟ ਹੋ ਰਹੇ ਆ, ਨਾ ਇਹਨਾਂ ਕੋਲੋਂ ਸਕੂਲਸ ਦੇ ਵਿੱਚ ਕੋਈ ਸੈਟਿੰਗ ਹੋ ਰਹੀ ਹੈ, ਨਾ ਹੌਸਪੀਟਲਸ 'ਚ, ਤੇ ਨਾ ਹੀ ਹੁਣ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਲੋਕਾਂ ਦੀਆਂ 1.5 ਦਿਨ ਲਾਈਨਾਂ ਲੱਗ ਰਹੀਆਂ ਤੇ ਇਹ ਤਾਂ ਕੋਈ ਨੰਬਰ 1 ਕੰਟਰੀ ਦਾ ਸਿਸਟਮ ਦਿਖ ਨਹੀਂ ਰਿਹਾ ਕਿਸੇ ਪਾਸਿਓਂ। ਇਹਦੇ ਜ਼ਿੰਮੇਵਾਰ ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਉੱਥੋਂ ਗੰਦ ਲੈ ਕੇ ਆਏ ਆ। ਇਹ ਗੋਰਿਆਂ ਨੇ ਵੀ ਲਾਲਚ ਕੀਤਾ ਜੀ, ਜਿਨ੍ਹਾਂ ਨੇ ਅਲਾਓ ਕੀਤੇ ਆ unnecessary population. If they can't handle it, then why are they calling people from all over the world? ਜੇ ਤੁਸੀਂ ਹੈਂਡਲ ਨਹੀਂ ਕਰ ਸਕਦੇ ਤੇ ਬੰਦ ਕਰੋ ਇਮੀਗ੍ਰੇਸ਼ਨ। ਜਿੱਦਾਂ ਆਸਟ੍ਰੇਲੀਆ ਨਹੀਂ ਆਉਣ ਦਿੰਦਾ ਜਣੇ ਖਣੇ ਨੂੰ, ਤੁਸੀਂ ਬੰਦ ਕਰ ਦਿਓ। ਜਦੋਂ ਤੁਹਾਡੇ ਕੋਲ ਹੈਂਡਲ ਹੋਣ ਲੱਗ ਪੂਗੀ ਦੁਬਾਰਾ ਖੋਲ ਦਿਓ ਰਾਈਟ। ਹੁਣ 에ਅਰਪੋਰਟ ਦੇ ਉੱਤੇ ਭਾਜੀ 5 ਘੰਟੇ ਦੀ ਵੇਟਿੰਗ ਆ। ਮੇਰੇ ਪੇਰੈਂਟਸ ਨੇ ਅੱਜ ਵਾਪਸ ਜਾਣਾ, ਉਹ ਕਹਿੰਦੇ 5 ਘੰਟੇ ਪਹਿਲਾਂ ਆਇਓ। ਵਾਟਸ ਗੋਇੰਗ ਔਨ? ਤੁਸੀਂ ਇਸ ਚੀਜ਼ਾਂ ਦਾ ਜਵਾਬ ਕਿੱਥੋਂ ਲਈਏ ਅਸੀਂ? ਨੰਬਰ 1 ਕੰਟਰੀ ਕਹਿਣ ਨਾਲ ਨੰਬਰ 1 ਨਹੀਂ ਹੋ ਜਾਂਦੀ। ਚਲੋ ਫੈਕਟਸ ਕਰੋ ਨੰਬਰ 1 ਵਾਲੇ ਰਾਈਟ। ਇੰਡੀਆ ਦੇ ਵਿੱਚ ਭਾਜੀ ਵੇਟਿੰਗ ਲਾਈਨ 1 ਘੰਟੇ ਦੀ ਵੀ ਨਹੀਂ ਹੈਗੀ ਰਾਈਟ। ਆਪਾਂ ਕਹਿ ਦਿੰਦੇ ਆ ਕੁਛ ਚੀਜ਼ਾਂ ਚੰਗੀਆਂ ਵੀ ਕੈਨੇਡਾ 'ਚ, ਬਹੁਤ ਚੀਜ਼ਾਂ ਮਾੜੀਆਂ ਹੋ ਚੁੱਕੀਆਂ ਆਲਰੇਡੀ ਰਾਈਟ ਜੀ। ਸੋ ਐਨੀਵੇਜ਼ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਜੀ ਸਾਹਿਬ, ਕੱਲ ਜਦੋਂ ਪ੍ਰੀਮੀਅਰ ਡਗਲਸ ਫੋਰਡ ਪੇਸ਼ ਹੋ ਰਹੇ ਸੀ ਨਾ ਤੇ ਮੀਡੀਆ ਨੇ ਇੱਕੋ ਹੀ ਜਾਣੀ ਹੈਲਥ ਕੇਅਰ ਦੇ ਵਿੱਚ ਜੋ ਸਲੰਪ ਇਸ ਵੇਲੇ ਚੱਲ ਰਿਹਾ ਉਹ ਹੀ ਉਹਦੇ ਤੇ ਗ੍ਰਿਲ ਕੀਤਾ ਉਹਨਾਂ ਨੂੰ ਹਨਾ। ਉਹਨਾਂ ਨੇ ਬੜਾ ਆਪਣਾ ਦੂਸਰਾ ਤਰ੍ਹਾਂ ਚਲੋ ਬਚਾਅ ਕੀਤਾ, ਭਾਵੇਂ ਕਿ ਉਹਨਾਂ ਨੇ ਕੋਈ ਪਲਾਨ ਨਹੀਂ ਪੇਸ਼ ਕੀਤਾ ਵੀ ਇਹਨੂੰ ਬੈਟਰ ਕਿੱਦਾਂ ਕਰਾਂਗੇ ਰਾਈਟ, ਪਰ ਉਹਨਾਂ ਨੇ ਨਾਲ ਜਾਣੀ ਉਹੀ ਬਹਾਨਾ ਵਰਤਿਆ ਹਨਾ। ਇਹਨੂੰ ਕਹਿ ਲਓ ਵੀ ਉਹਨਾਂ ਸੀਰੀਅਸਲੀ ਲੱਗਦਾ ਉਹਨਾਂ ਦੀਆਂ ਗੱਲਾਂ ਤੋਂ ਵੀ ਨਹੀਂ ਲਿਆ ਜਾ ਰਿਹਾ, ਕਿਉਂਕਿ ਵੀ ਇਕੱਲੇ ontario ਦੀ ਪ੍ਰੋਬਲਮ ਨਹੀਂ ਜੀ, ਇਹ ਸਾਰੇ ਦੇਸ਼ ਵਿੱਚ ਹੀ ਆ। ਸਾਰੇ ਦੇਸ਼ ਵਿੱਚ ਕਹਿ ਕੇ ਉਹਨਾਂ ਨੇ ਕਹਿਤਾ ਨਹੀਂ ਜੀ ਸਾਰੀ ਦੁਨੀਆ ਵਿੱਚ ਹੀ ਆ ਹੈ। ਅੱਛਾ ਸਾਰੀ ਦੁਨੀਆ ਵਿੱਚ ਹੀ ਆ ਤੇ ਫਿਰ ਆਪਾਂ ਸਮਝ ਜਾਈਏ ਜਾਣੀ ਵੀ ਕੁਛ ਸੁਧਾਰਨ ਲਈ ਕਰੀਏ ਹੀ ਨਾ ਹਨਾ। ਸੋ ਇਸ ਕਰਕੇ ਇਹ ਆ ਜੀ ਵੀ ਇਹ ਅਨਐਕਸੈਪਟੇਬਲ ਆ। ਇਸ ਵੇਲੇ ਜੋ ਅਪਰੂਵਲ ਰੇਟ ਵੀ ਤੇ ਤਦੇ ਜਾਣੀ ਕਿ ਜ਼ਮੀਨ ਤੇ ਡਿੱਗਿਆ ਹੋਇਆ ਨਾ ਟਰੂਡੋ ਸਰਕਾਰ ਦਾ 2015 ਦੇ ਮੁਕਾਬਲੇ ਜਿਹੜੀ ਜਾਣੀ ਕਿ ਚੜ੍ਹਤ ਸੀਗੀ ਉਹ ਪੂਰੀ ਤਰ੍ਹਾਂ ਇਸ ਵੇਲੇ ਜ਼ਮੀਨ ਤੇ ਵਿਛੀ ਹੋਈ ਲੱਗਦੀ ਆ। ਤੇ ਉਹ ਛੁੱਟੀਆਂ ਕੱਟਣ ਕੋਸਟਾ ਰੀਕਾ ਗਏ ਹੋਏ ਆ 2 ਹਫ਼ਤੇ ਦੀਆਂ ਛੁੱਟੀਆਂ ਤੇ। ਪਰ ਆ ਪਿਛਲੇ ਦਿਨ ਜਦੋਂ ਆਪਾਂ ਗੱਲ ਕੀਤੀ ਸੀ ਵੀ ਆਏ ਸੀ ਆਪਣੇ ਟਰਾਂਸਪੋਰਟੇਸ਼ਨ ਮਿਨਿਸਟਰ ਓਮਾਰ ਅਲ ਗਬਰਾ ਪੀਅਰਸਨ ਏਅਰਪੋਰਟ
ਤੇ ਉਹ ਇਹ ਜਾਣੀ ਹਰ ਵਾਰੀ ਕਹਿੰਦੇ ਸੀਗੇ ਵੀ ਵੀ ਹੈਵ ਡਨ ਐਵਰੀਥਿੰਗ। ਹੁਣ ਜੇ ਤੁਸੀਂ ਐਵਰੀਥਿੰਗ ਕੀਤੀ ਹੈ ਤੇ ਚੇਂਜ ਤੇ ਗਰਾਊਂਡ ਤੇ ਕੁਝ ਵੀ ਨਹੀਂ ਹੋਇਆ, ਅੱਗੇ ਨਾਲ ਵਰਸ ਹੋਈ ਆ ਸਿਚੁਏਸ਼ਨ ਵੀ, ਤੇ ਤੁਸੀਂ ਕੱਖ ਕੀਤਾ ਹੀ ਨਹੀਂ, ਤੇ ਜਾਂ ਤੁਸੀਂ ਜੋ ਵੀ ਕੀਤਾ ਆਪਣੇ ਜਿੱਤੋਂ ਤੇ ਉਹਦੇ ਨਾਲ ਹੋਇਆ ਤੇ ਕੁਝ ਵੀ ਨਹੀਂ, ਸਿਚੁਏਸ਼ਨ ਤੇ ਸੁਧਰੀ ਨਹੀਂ, ਤੇ ਮਤਲਬ ਫਿਰ ਤੁਸੀਂ ਕੀਤਾ ਕੀ ਹੋਇਆ। ਸੋ ਹੁਣ ਉਹ ਜਿਹੜੀ ਕਈ ਹਫ਼ਤਿਆਂ ਤੋਂ ਚੁੱਪੇ ਹੀ ਕਰ ਗਏ ਆ, ਉਮਾਰ ਅਲ ਗਬਰਾ ਚੁੱਪੇ ਹੀ ਆ। ਇਹ ਸਭ ਕੁਝ ਜਾਣੀ ਕਿ ਦੇਖਿਆ ਜਾ ਰਿਹਾ, ਲੱਗਦਾ ਵੀ ਜਿੱਦਾਂ ਪੂਰੀ ਤਰ੍ਹਾਂ ਹੱਥ ਖੜੇ ਕਰ ਦਿੱਤੇ ਹੁੰਦੇ ਆ ਬੇਬਸੀ ਆ। ਸੋ ਦੂਸਰੇ ਪਾਸੇ ਆ ਜੀ ਵੀ ਇਹ ਉਤਰਾਅ ਚੜਾਅ ਚੱਲਦੇ ਰਹਿੰਦੇ ਆ, ਟੈਂਪੋਰੇਰੀ ਫੇਜ਼ ਇਹ ਹੈ ਜ਼ਰੂਰ ਆ। ਇਸ ਵੇਲੇ ਜੋ ਇਹ ਸਰਵਿਸਿਜ਼ ਦੇ ਵਿੱਚ ਹੈਗਾ ਇਹ ਠੀਕ ਆ ਵੀ ਇੰਟਰਨੈਸ਼ਨਲੀ ਇੰਪੈਕਟਡ ਨੇ, ਯੂਐਸ ਦੇ ਵਿੱਚ ਇਤੋਂ ਬੈਟਰ ਹਾਲ ਨਹੀਂਗਾ ਏਅਰਪੋਰਟਸ ਦੇ ਉੱਤੇ। ਉਨੀ ਟ੍ਰੈਫਿਕ ਏਅਰਪੋਰਟਸ ਤੇ ਦਿੱਲੀ ਮੁੰਬਈ ਦੇ ਵਿੱਚ ਨਹੀਂ ਜਿੰਨੀ ਇਹਨਾਂ ਮੁਲਕਾਂ ਦੇ ਵਿੱਚ ਆ। ਸੋ ਇਹ ਅਸੀਂ ਹੁਣ ਜੇ ਇੱਕਦਮ ਕਹੀਏ ਵੀ ਉਹਦੇ ਨਾਲ ਕੈਨੇਡਾ ਜਾਣੀ ਕਿ ਰਿਹਾ ਹੀ ਨਹੀਂ ਰਹਿਣ ਯੋਗ ਦੇਸ਼, ਇਹ ਤਾਂ ਨਹੀਂ ਗੱਲ ਮੰਨੀ ਜਾ ਸਕਦੀ। ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਸਾਡੇ ਉਸ ਦੇਸ਼ ਨੂੰ ਛੱਡ ਕੇ ਲੋਕ ਕੀ ਕੀ ਨਹੀਂ ਕਰ ਰਹੇ, ਵੀ ਜੇ ਇੰਨਾ ਹੀ ਇੱਥੇ ਨਾਲੋਂ ਬੈਟਰ ਹੋਵੇ ਤੇ ਫਿਰ ਇਹ ਕਹਿੰਦੇ ਹੁੰਦੇ ਵੀ ਦਰਵਾਜ਼ੇ ਖੁੱਲੇ, ਆਪਾਂ ਜਦੋਂ ਮਰਜ਼ੀ ਮੁੜ ਕੇ ਜਾ ਸਕਦੇ, ਰੋਕਦਾ ਕੋਈ ਨਹੀਂ। ਇਹ ਸਿਰਫ ਆਉਣ ਵਾਲੇ ਲੋਕਾਂ ਨੂੰ ਚੈੱਕ ਕਰਦੇ, ਜਾਣ ਵਾਲਿਆਂ ਨੂੰ ਤਾਂ ਕਰਦੇ ਹੀ ਨਹੀਂ ਆ, ਲੋੜ ਹੀ ਨਹੀਂ ਆ। ਜਿਹੜਾ ਮਰਜ਼ੀ ਜਦੋਂ ਮਰਜ਼ੀ ਜਾ ਸਕਦਾ, ਪਰ ਜਾਂਦਾ ਵੀ ਕੋਈ ਨਹੀਂ। ਸੋ ਇਸ ਕਰਕੇ ਇੱਕ ਟੈਂਪਰੇਰੀ ਫੇਸ ਹੈਗਾ ਜੀ ਸਰਵਿਸਿਜ਼ ਦੇ ਵਿੱਚ ਆਲ ਓਵਰ ਕੈਨੇਡਾ। ਇਹ ਸਿਚੁਏਸ਼ਨ ਆ ਜਿਹਦੇ ਵਿੱਚ ਕਿ ਵੀ ਗਵਰਨਮੈਂਟ ਜਿਹੜੀ ਪੂਰੀ ਤਰ੍ਹਾਂ ਸਾਡੀ ਫੇਲ ਆ ਇਹਨੂੰ ਟੈਕਲ ਕਰਨ ਦੇ ਲਈ, ਨੋ ਡਾਊਟ। ਇਹ ਵੀ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਵੀ ਜੇ ਤੁਸੀਂ ਇਹ ਇਮੀਗ੍ਰੇਸ਼ਨ ਦੇ ਰਾਹੀਂ ਗਿਣਤੀ ਨੰਬਰ ਹੀ ਕੋਈ ਪੂਰਾ ਕਰਨਾ ਤੇ ਤੁਹਾਡੇ ਕੋਲ ਮੈਚਿੰਗ ਇਨਫਰਾਸਟਰਕਚਰ ਹੀ ਨਹੀਂ ਹੈਗੀ ਉਸ ਪਾਪੂਲੇਸ਼ਨ ਨੂੰ ਜਾਂ ਪਹਿਲਾਂ ਵਾਲੀ ਪਾਪੂਲੇਸ਼ਨ ਨੂੰ ਸਰਵਿਸਿਜ਼ ਦੇਣ ਦੇ ਲਈ, ਤੇ ਤੁਹਾਨੂੰ ਇੱਥੇ ਰੀਥਿੰਕ ਕਰਨਾ ਚਾਹੀਦਾ ਇਸ ਪਾਲਿਸੀ ਤੇ ਨਾ। ਇਹ ਗੱਲ ਬਿਲਕੁਲ ਠੀਕ ਆ ਜੀ। ਪਰ ਜੇ ਹੁਣ ਕਹੀਏ ਵੀ ਇਹਦੇ ਨਾਲ ਕੈਨੇਡਾ ਖਤਮ ਹੋ ਗਿਆ, ਇਹ ਗੱਲ ਮੰਨਣ ਯੋਗ ਨਹੀਂ। ਇੰਨਾ ਦਿਲ ਅਸੀਂ ਨਹੀਂ ਛੱਡਣਾ। ਇਹ ਟੈਂਪਰੇਰੀ ਫੇਜ਼ ਹੈਗਾ ਜਿਹਦੇ ਨਾਲ ਲੱਗਦਾ ਕਿ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਨੰਬਰ 1 ਦੇਸ਼ ਦੀ ਜਿਹੜੀ ਗੱਲ ਹੈ ਨਾ ਜੀ, ਇਹ ਅੰਕੜੇ ਬੋਲਦੇ, ਕਿਸੇ ਨੇ ਸੁਪਨਾ ਲੈ ਕੇ ਕੋਲੋਂ ਨਹੀਂ ਜੋੜੇ ਹੋਏ। ਤੁਸੀਂ ਬ੍ਰਾਜ਼ੀਲ ਦੇ ਦੂਜੇ ਜੰਗਲ ਦੇਖ ਲਓ, ਸੈਂਟਰਲ ਅਮਰੀਕਾ ਦੇ ਜਾ ਕੇ ਕਿੱਦਾਂ ਲੋਕਾਂ ਦਾ ਕੀ ਹਾਲ ਆ ਦੁਨੀਆ ਦੇ ਵਿੱਚ, ਕਿੱਦਾਂ ਮਨੁੱਖਤਾ ਰੀਕ ਰਹੀ ਆ ਜੀ। ਉਹਦੇ ਮੁਕਾਬਲੇ ਅਸੀਂ ਬਹੁਤ ਬੈਟਰ ਆ। ਕਈ ਵਾਰੀ ਜੋ ਕੁਛ ਨਹੀਂ ਹੁੰਦਾ ਉਹਦੀਆਂ ਸ਼ਿਕਾਇਤਾਂ ਆਪਾਂ ਕਰਦੇ ਆ, ਪਰ ਜੋ ਕੁਛ ਸਾਨੂੰ ਹੁੰਦਾ 24 ਘੰਟੇ ਜੋ ਆਰਾਮਦਾਇਕ ਸਾਡਾ ਜੀਵਨ ਆ ਉਹਨੂੰ ਆਪਾਂ ਅੱਖੋਂ ਪਰਖ ਕਰ ਦਿੰਦੇ ਆ ਜੀ। ਸੋ 90 ਦਿਨ ਤੁਹਾਨੂੰ ਜੀ ਵੀ ਹੋ ਗਿਆ ਪਾਸਪੋਰਟ ਅਪਲਾਈ ਕੀਤੇ ਨੂੰ। ਇਹਦੇ ਵਿੱਚ ਆ ਵੀ ਹੁਣ ਪਿੱਛੇ ਕਹਿ ਰਹੇ ਸੀਗੇ ਮਿਨਿਸਟਰ ਵੀ ਪਏ, ਅਸੀਂ ਪਾਸਪੋਰਟ ਕੈਨੇਡਾ ਦੀ ਸਰਵਿਸ ਜਿਹੜੀ ਅੱਜ ਇਹਨੂੰ ਪਿਕਅਪ ਕਰ ਰਿਹਾ ਜੀ। ਬਿਲਕੁਲ ਨਵਾਂ ਸਟਾਫ ਰੱਖਿਆ, ਉਹਦੇ ਵਿੱਚ ਵੇਟਿੰਗ ਪੀਰੀਅਡ ਘੱਟ ਰਿਹਾ। ਪਾਸਪੋਰਟ ਜਿਹੜੇ ਲੋਕਾਂ ਨੂੰ ਹੁਣ ਕੋਰੀਅਰ ਦੇ ਵਿੱਚ ਵੀ ਮਿਲ ਰਹੇ ਆ ਤੇ ਕੈਂਪਰ ਦੇ ਵਿੱਚ ਵੀ ਉਹਨਾਂ ਨੇ ਨਵਾਂ ਦਫ਼ਤਰ ਖੋਲ ਦਿੱਤਾ ਵੀ ਉੱਥੋਂ ਪਿਕਅਪ ਕੀਤਾ ਜਾ ਸਕਦਾ। ਸੋ ਇਹ ਵੀ ਮਤਲਬ ਸੋਲਵ ਹੋ ਜਾਏਗੀ ਪ੍ਰੋਬਲਮ। ਪਰ ਇਹ ਨਹੀਂ ਗਾ ਵੀ ਚੰਗੇ ਸਮਿਆਂ ਦੇ ਵਿੱਚ ਤਾਂ ਆਪਾਂ ਅੱਕੀ ਪਲਾਈ ਹੱਥ ਮਾਰੀਏ ਵੀ ਕੈਨੇਡਾ ਪਹੁੰਚ ਜਾਈਏ, ਪਹੁੰਚ ਕੇ ਕਹੀਏ ਵੀ ਹੁਣ ਜਾਣੀ ਕਿ ਵੀ ਜੇ ਮਾੜੀ ਜਿਹੀ ਮੁਸ਼ਕਿਲ ਆ ਗਈ ਤੇ ਫਿਰ ਆਪਾਂ ਰੋਣ ਲੱਗ ਪਈਏ। ਮੁਸ਼ਕਿਲ ਨੂੰ ਰਿਜ਼ੋਲਵ ਕਰਨ 'ਚ ਸਾਥ ਦਈਏ ਜੀ, ਜੋ ਸਾਥ ਦਈਏ ਜੋ ਕੁਝ ਦੇ ਸਕਦੇ ਆ। ਸਾਡਾ ਇਹ ਦੇਸ਼ ਨੰਬਰ 1 ਹੀ ਰਹੂਗਾ। ਪਰ ਇਹ ਗਲਤ ਆ ਇਸ ਵੇਲੇ ਪਾਲਿਸੀਜ਼ ਆ। ਸਟੱਡੀ ਪਰਮਿਟ ਵੀ ਗਲਤ ਆ, ਇਮੀਗ੍ਰੇਸ਼ਨ ਦੇ ਨੰਬਰ ਪੂਰੇ ਕਰਨਾ ਵੀ ਗਲਤ ਆ। ਜੇ ਇਹਨਾਂ ਕੋਲ ਇਨਫਰਾਸਟਰਕਚਰ ਮੈਚਿੰਗ ਨਹੀਂ ਹੈਗੀ, ਇਹਦੇ ਤੇ ਕਾਫੀ ਕ੍ਰਿਟਿਸਿਜ਼ਮ ਦਾ ਸਾਹਮਣਾ ਜਿਹੜਾ ਗਵਰਨਮੈਂਟ ਨੂੰ ਕਰਨਾ ਪੈ ਰਿਹਾ। ਪਰ ਇਹ ਇੰਨੀ ਗੱਲ ਨਾਲ ਅਸੀਂ ਇਹ ਨਹੀਂ ਕਹਿੰਦੇ ਵੀ ਕੈਨੇਡਾ ਹੁਣ ਖਤਮ ਹੀ ਹੋ ਗਿਆ, ਇਹ ਨਹੀਂ ਕਹਿ ਸਕਦੇ ਆਪਾਂ। ਇਹ ਤੇ ਸਾਡੇ ਦੇ ਉੱਥੇ ਆਪਾਂ ਜਿੱਥੋਂ ਵੀ ਆਪਾਂ ਆਏ ਆਪਾਂ ਜਾ ਸਕਦੇ ਜਦੋਂ ਮਰਜ਼ੀ, ਐਸੀ ਕੋਈ ਪ੍ਰੋਬਲਮ ਥੋੜਾ। ਤਾਂ ਉਹ ਸਾਨੂੰ ਕਹਿੰਦੇ ਵੀ ਤੁਸੀਂ ਨਾ ਆਓ, ਨਾ ਇਹ ਕਹਿੰਦੇ ਆ ਵੀ ਤੁਸੀਂ ਮੁੜ ਕੇ ਨਾ ਜਾਓ, ਉਹ ਦਰਵਾਜ਼ੇ ਤੇ ਖੁੱਲੇ ਹੀ ਆ ਜੀ। ਸੋ ਦੂਸਰੇ ਪਾਸੇ ਗੱਲ ਇਹਨਾਂ ਦਾ ਲੌਜਿਕ ਬਿਲਕੁਲ ਠੀਕ ਆ ਕਿ ਜਿੰਨੀ ਪਾਪੂਲੇਸ਼ਨ ਨੂੰ ਇਹ ਹੈਂਡਲ ਕਰ ਸਕਦੇ ਆ, ਇਨਫਰਾਸਟਰਕਚਰ ਮੈਚ ਕਰ ਸਕਦੇ ਆ, ਉਨੀ ਕਿ ਇਹਨਾਂ ਨੂੰ ਬੁਲਾਉਣੀ ਚਾਹੀਦੀ ਆ। ਇਸ ਗੱਲੋਂ ਇਹਨਾਂ ਦਾ ਧੰਨਵਾਦ ਜੀ। ਜੌਲ ਸਾਹਿਬ ਟਾਈਮ ਆਗਿਆ ਨਹੀਂ ਦੇ ਰਿਹਾ ਜੀ, ਇੱਕ ਵਾਰੀ ਫਿਰ ਤੋਂ ਯਾਦ ਕਰਾ ਦਈਏ ਜੀ ਕਿ ਜੌਲ ਸਾਹਿਬ ਇਸ ਵੇਲੇ ਐਜ਼ ਅ ਸਕੂਲ ਟਰਸਟੀ ਵਾਰਡ 9 ਅਤੇ 10 ਵਾਰਡ ਦੇ ਵਿੱਚ ਕੈਂਡੀਡੇਟ ਨੇ। ਤੁਸੀਂ ਇਹਨਾਂ ਦੀ ਸਪੋਰਟ ਕਰਨਾ ਚਾਹੁੰਦੇ ਹੋ, ਵਾਂਟ ਟੂ ਜੁਆਇਨ ਹਿਸ ਟੀਮ, ਜਾਂ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ, ਤੁਸੀਂ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ 4168953784 4168953784 ਯੂਰ ਸਕੂਲ ਟਰਸਟੀ ਵਾਰਡ 9 ਅਤੇ 10 ਵੀਰ ਸਤਪਾਲ ਸਿੰਘ ਜੌਲ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਬਿਲਕੁਲ, ਥੈਂਕ ਯੂ ਜੀ, ਬਹੁਤ ਅਰਸ਼, ਬਹੁਤ ਮਿਹਰਬਾਨੀ। ਸੋ ਸਕੂਲ ਟਰਸਟੀ ਕੈਂਡੀਡੇਟ 9-10 ਵਾਰਡ ਬਰੈਂਪਟਨ ਦੇ ਵਿੱਚ ਜਿੰਨਾ ਸਾਥ ਦਿੱਤਾ ਜਾਵੇਗਾ, ਬਹੁਤ ਬਹੁਤ ਧੰਨਵਾਦ। ਤੇ ਕੋਸ਼ਿਸ਼ ਅੱਜ ਸਾਡੀ ਜੀ ਵੀ ਸਮਾਜ ਦਾ ਦਰਪਣ, ਸਰਕਾਰ ਦਾ ਦਰਪਣ, ਭੈਣ ਭਰਾਵਾਂ ਨੂੰ ਸਹੀ ਦਿਖਾ ਸਕੀਏ ਤਾਂ ਕਿ ਜਿਹੜਾ ਡਿਸੀਜਨ ਮੇਕਿੰਗ ਦੇ ਵਿੱਚ ਸਾਡੇ ਕੋਲ ਕੋਈ ਐਰਰ ਨਾ ਹੋਵੇ। ਸਾਨੂੰ ਭੁਲੇਖਾ ਪੈ ਗਿਆ, ਸਾਨੂੰ ਪਤਾ ਨਹੀਂ ਸੀ, ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹ ਪਤਾ ਨਹੀਂ ਲੱਗਾ, ਦੱਸਿਆ ਨਹੀਂ ਸੀ, ਵੀ ਇਹ ਐਕਸਕਿਊਜ਼ ਆ ਜਿਹੜਾ
ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਡਿਲੂਟ ਜਿਹੜਾ ਦਿਮਾਗਾਂ ਬ੍ਰੇਨ ਦੇ ਵਿੱਚ ਆਪਾਂ ਕਰ ਸਕੀਏ, ਸਾਡੇ ਕੋਲ ਬਿਲਕੁਲ ਐਕੂਰੇਟ ਇਨਫੋਰਮੇਸ਼ਨ ਹੋਵੇ ਤਾਂ ਕਿ ਸਾਡਾ ਜਿਹੜਾ ਡਿਸੀਜਨ ਆ ਉਹ ਅਸੀਂ ਰੋਂਗ ਨਾ ਬਣਾਈਏ। ਸੋ ਇਸ ਕਰਕੇ ਬਹੁਤ ਬਹੁਤ ਭੈਣ-ਭਰਾਵਾਂ ਦਾ ਧੰਨਵਾਦ। ਥੈਂਕ ਯੂ ਸੋ ਮਚ ਸਾਹਿਬ, ਥੈਂਕ ਯੂ ਸੋ ਮਚ ਫॉर वंस। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।